ਹੈਲੋ ਵੈਲਕਮ ਟੂ ਮਾਈ ਚੈਨਲ ਮਿਹਨਤੀ ਬੱਚੇ। ਅੱਜ ਤੋਂ ਆਪਾਂ ਪੀਪੀਐਸਸੀ ਪ੍ਰੀਵੀਅਸ ਈਅਰ ਸਾਇੰਸ ਦੇ ਕੁਐਸਚਨਸ ਦੀ ਸੀਰੀਜ਼ ਸਟਾਰਟ ਕਰ ਰਹੇ ਹਾਂ। ਉਹ ਸਾਰੇ ਕੁਐਸਚਨਸ ਹੈ ਜੋ ਪੀਪੀਐਸਸੀ ਦੇ ਅਲੱਗ-ਅਲੱਗ ਐਗਜ਼ਾਮਸ, ਚਾਹੇ ਉਹ ਪੀਸੀਐਸ ਹੈ ਜਾਂ ਕੋਆਪਰੇਟਿਵ ਹੈ ਜਾਂ ਕੋਈ ਵੀ ਪੇਪਰ ਜੋ ਪੀਪੀਐਸਸੀ ਨੇ ਕੰਡਕਟ ਕੀਤਾ ਹੈ, ਉਹਨਾਂ ਵਿੱਚੋਂ ਇਹ ਸਾਰੇ ਕੁਐਸਚਨਸ ਲਿੱਤੇ ਗਏ। ਤੇ ਆਉਣ ਵਾਲੇ ਪੀਪੀਐਸਸੀ ਦੇ ਜਿੰਨੇ ਵੀ ਐਗਜ਼ਾਮਸ ਹੈ ਉਹਨਾਂ ਸਾਰਿਆਂ ਲਈ ਇਹ ਸੀਰੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਪਣੀ ਇਨਵਾਇਰਨਮੈਂਟ ਦੀ ਸੀਰੀਜ਼ ਆਲਰੇਡੀ ਡਿਸਕਸ ਹੋ ਚੁੱਕੀ ਹੈ, ਪੂਰੀ ਹੋ ਗਈ ਹੈ ਉਹ। ਪੋਲਿਟੀ ਦੀ ਵੀ ਥੋੜ੍ਹੇ ਦਿਨਾਂ ਤੱਕ ਕੰਪਲੀਟ ਹੋ ਜੂਗੀ, ਪੈਰਲਰ 'ਚ ਉਹ ਵੀ ਚੱਲ ਰਹੀ ਹੈ। ਸੋ ਅੱਜ ਸਾਇੰਸ ਦੇ ਕੁਐਸਚਨਸ ਦੇਖਦੇ ਹਾਂ। ਅੱਜ ਤੋਂ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈਗਾ ਸਾਊਂਡ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ, ਛੋਟਾ ਜਿਹਾ ਟੌਪਿਕ ਹੈ ਅਤੇ ਇਹਦੇ ਵਿੱਚੋਂ ਹੀ ਆਲਮੋਸਟ 10 ਕੁਐਸਚਨਸ ਆਏ ਹੋਏ ਨੇ, ਇਸ ਲਈ ਮੈंने ਇੱਥੋਂ ਸਟਾਰਟ ਕੀਤਾ। ਅਤੇ ਕਈ ਕੁਐਸਚਨਸ ਐਸੇ ਹਨ ਜਿਹੜੇ 2-3 ਵਾਰ ਰਿਪੀਟ ਹੋਏ ਹੋਏ ਨੇ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਸਟਾਰਟ ਕਰਦੇ ਹਾਂ। ਦੇਖੋ ਸਾਊਂਡ ਹੁਣ ਹੈ ਕੀ? ਸਾਊਂਡ ਬੇਸਿਕਲੀ ਆਪਣੇ ਕੋਲ ਇੱਕ ਐਨਰਜੀ ਦੀ ਫਾਰਮ ਹੈ ਜਿਹੜੀ ਕਿ ਆਪਾਂ ਨੂੰ ਸੁਣਨ ਦੇ ਵਿੱਚ ਹੈਲਪ ਕਰਦੀ ਹੈ। ਓਕੇ, ਹੁਣ ਜਿਹੜੀ ਸਾਊਂਡ ਹੈ ਉਹ ਟਰੈਵਲ ਹੁੰਦਾ ਹੈ ਇਨ ਦ ਫਾਰਮ ਆਫ ਵੇਵ। ਵੇਵ ਬੇਸਿਕਲੀ ਇੱਕ ਤਰ੍ਹਾਂ ਦੀ ਡਿਸਟਰਬੈਂਸ ਹੁੰਦੀ ਹੈ ਮੀਡੀਅਮ ਦੇ ਵਿੱਚ, ਜਿਹੜੀ ਕਿ ਹੈਲਪ ਕਰਦੀ ਹੈ ਕਿ ਜਿਹੜੀ ਐਨਰਜੀ ਉਹ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ 'ਚ ਟਰੈਵਲ ਹੋਵੇ। ਇਹਨੂੰ ਮੈਂ ਅੱਗੇ ਐਗਜ਼ਾਮਪਲ ਨਾਲ ਸਮਝਾਉਂਗੀ, ਹਲੇ ਇੰਨਾ ਹੀ ਸੁਣ ਲਓ। ਸਾਊਂਡ ਦੇਖੋ, ਜਿਹੜੀ ਸਾਊਂਡ ਹੈ ਇਹਦੇ ਵਿੱਚ ਦੋ ਫੀਚਰਸ ਇਹਦੇ ਬਾਰੇ ਪੜ੍ਹਨੇ ਆ ਕਿ ਕਿਸ ਤਰ੍ਹਾਂ ਦੀ ਵੇਵ ਹੈ। ਇਹ ਮਕੈਨੀਕਲ ਵੇਵ ਹੈ। ਮਕੈਨੀਕਲ ਵੇਵ ਮਤਲਬ ਜਿਹੜੀ ਮਕੈਨੀਕਲ ਵੇਵ ਹੁੰਦੀ ਹੈ ਉਹ ਐਸੀ ਵੇਵ ਹੁੰਦੀ ਹੈ ਜਿਹਨੂੰ ਕਿ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ। ਐਮ ਫॉर ਐਮ ਯਾਦ ਰੱਖਣਾ, ਉਹਨੂੰ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ। ਇੱਕ ਇਲੈਕਟ੍ਰੋਮੈਗਨੈਟਿਕ ਵੇਵ ਹੁੰਦੀ ਹੈ, ਇੱਕ ਮਕੈਨੀਕਲ ਹੁੰਦੀ ਹੈ। ਇਲੈਕਟ੍ਰੋਮੈਗਨੈਟਿਕ ਨੂੰ ਜ਼ਰੂਰਤ ਨਹੀਂ ਹੁੰਦੀ, ਬਟ ਜਿਹੜੀ ਮਕੈਨੀਕਲ ਹੈ ਉਹਨੂੰ ਜ਼ਰੂਰਤ ਹੁੰਦੀ ਹੈ ਮੀਡੀਅਮ ਦੀ। ਓਕੇ, ਹੁਣ ਮੀਡੀਅਮ ਕਿਹੜਾ ਹੋ ਸਕਦਾ ਹੈ? ਸੋਲਿਡ ਹੋ ਸਕਦਾ ਹੈ, ਲਿਕੁਇਡ ਹੋ ਸਕਦਾ ਹੈ, ਜਾਂ ਫਿਰ ਗੈਸੀਅਸ ਮੀਡੀਅਮ ਹੋ ਸਕਦਾ ਹੈ। ਓਕੇ, ਅਤੇ ਵੈਕਿਊਮ ਜਿਹੜਾ ਹੈ ਉਹ ਕੋਈ ਵੀ ਮੀਡੀਅਮ ਨਹੀਂ ਹੈ, ਇਸ ਲਈ ਉਹਦੇ ਵਿੱਚੋਂ ਸਾਊਂਡ ਵੇਵ ਕਿਉਂਕਿ ਮਕੈਨੀਕਲ ਵੇਵ ਹੈ ਇਸ ਲਈ ਉਹਨੂੰ ਮੀਡੀਅਮ ਦੀ ਜ਼ਰੂਰਤ ਹੈ, ਸੋ ਵੈਕਿਊਮ ਦੇ ਵਿੱਚ ਟਰੈਵਲ ਨਹੀਂ ਕਰ ਸਕਦੀ। ਓਕੇ, ਨੈਕਸਟ ਹੁਣ ਆਪਾਂ ਪੜ੍ਹਦੇ ਹਾਂ ਕਿ ਜਿਹੜੀ ਸਾਊਂਡ ਵੇਵ ਹੈ ਇੱਕ ਤਾਂ ਮਕੈਨੀਕਲ ਵੇਵ ਹੈ। ਹੁਣ ਮਕੈਨੀਕਲ ਵੇਵ ਦੀ ਵੀ ਫਰਦਰ 2 ਟਾਈਪਸ ਹੁੰਦੇ, ਇੱਕ ਟਰਾਂਸਵਰਸ ਵੇਵ ਹੁੰਦੀ ਹੈ, ਇੱਕ ਲੌਂਗੀਟਿਊਡਨਲ ਵੇਵ ਹੁੰਦੀ ਹੈ। ਜਿਹੜੀ ਸਾਊਂਡ ਵੇਵ ਹੈ ਉਹ ਬੇਸਿਕਲੀ ਲੌਂਗੀਟਿਊਡਨਲ ਵੇਵ ਹੈ। ਲੌਂਗੀਟਿਊਡਨਲ ਕਿਉਂ ਹੈ? ਬਿਕੋਜ਼ ਜਦੋਂ ਜਿਹੜੀ ਡਾਇਰੈਕਸ਼ਨ 'ਚ ਵੇਵ ਮੂਵ ਕਰਦੀ ਹੈ ਸਾਊਂਡ ਵੇਵ, ਜਿਹੜੇ ਮਟੀਰੀਅਲ ਮੀਡੀਅਮ ਜਿਹੜੇ ਵੀ ਸਪੋਜ਼ ਕੋਈ ਮੀਡੀਅਮ ਹੈ, ਇਹ ਚੀਜ਼ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੀ ਹੈਲਪ ਨਾਲ ਸਮਝਾਉਂਦੀ ਹਾਂ। ਦੇਖੋ ਜਿਵੇਂ ਸਪੋਜ਼ ਆਪਣੇ ਕੋਲ ਇੱਥੇ ਕੋਈ ਮਿਊਜ਼ੀਕਲ ਇੰਸਟਰੂਮੈਂਟ ਹੈ। ਓਕੇ, ਅਤੇ ਇੱਥੇ ਰੂਮ ਦੇ ਵਿੱਚ ਸਪੋਜ਼ ਮੈਂ ਬੈਠੀ ਹਾਂ ਅਤੇ ਮੇਰੇ ਈਅਰ ਤੱਕ ਉਹ ਮਿਊਜ਼ੀਕਲ ਇੰਸਟਰੂਮੈਂਟ ਦੀ ਆਵਾਜ਼ ਪਹੁੰਚ ਰਹੀ ਹੈ। ਠੀਕ ਹੈ, ਮਤਲਬ ਜਿਹੜੀ ਸਾਊਂਡ ਵੇਵ ਹੈ ਉਹ ਇਸ ਤਰੀਕੇ ਨਾਲ ਟਰੈਵਲ ਕਰ ਰਹੀ ਹੈ। ਹੁਣ ਦੇਖੋ, ਜਿਹੜੀ ਹੁਣ ਆਪਾਂ ਨੂੰ ਪਤਾ ਹੈ ਕਿ ਐਵੇਂ ਤਾਂ ਨਹੀਂ ਹੈਗਾ ਕਿ ਅਗਰ ਮੈਨੇ ਆਵਾਜ਼ ਸੁਣਨੀ ਹੈ ਸਾਊਂਡ ਦੀ ਤਾਂ ਡਾਇਰੈਕਟਲੀ ਮਿਊਜ਼ੀਕਲ ਇੰਸਟਰੂਮੈਂਟ 'ਤੇ ਚੱਕ ਕੇ ਉਰੇ ਆ ਗਿਆ, ਨਹੀਂ ਨਾ। ਜਿੱਥੇ ਪਿਆ ਉੱਥੋਂ ਵੀ ਮੈਨੂੰ ਆਵਾਜ਼ ਸੁਣੂ, ਚਾਹੇ ਮੈਂ ਰੂਮ ਦੇ ਵਿੱਚ ਕਿਤੇ ਮਰਜ਼ੀ ਬੈਠੀ ਹਾਂ। ਹੁਣ ਰੂਮ ਦੇ ਵਿੱਚ ਜਿਹੜਾ ਮਟੀਰੀਅਲ ਹੈ, ਸੌਰੀ ਮੀਡੀਅਮ ਹੈ, ਉਹ ਕੀ ਹੈ? ਏਅਰ ਹੈ। ਠੀਕ ਹੈ, ਅਤੇ ਏਅਰ ਦੇ ਵਿੱਚ ਕੁਛ ਮੋਲੀਕਿਊਲਸ ਹੈ ਅਤੇ ਕੁਛ ਮੋਲੀਕਿਊਲਸ ਇਹਦੇ ਨਾਲ ਵੀ ਮਿਲਦੇ ਹੋਣਗੇ। ਹੁਣ ਇਹਦੀ ਜਿਹੜੀ ਮਿਊਜ਼ੀਕਲ ਇੰਸਟਰੂਮੈਂਟ ਦੀ ਵਾਈਬ੍ਰੇਸ਼ਨ ਇਹ ਮੋਲੀਕਿਊਲ 'ਚ ਆਊਗੀ, ਫਰਦਰ ਐਵੇਂ ਮੋਲੀਕਿਊਲ ਟੂ ਮੋਲੀਕਿਊਲ ਵਾਈਬ੍ਰੇਸ਼ਨ ਹੈ ਜਿਹੜੀ ਉਹ ਟਰਾਂਸਫਰ ਹੁੰਦੀ ਰਹੂਗੀ ਅਤੇ ਫਾਈਨਲੀ ਮੇਰੇ ਤੱਕ ਪਹੁੰਚ ਜੂਗੀ ਆਵਾਜ਼। ਐਵੇਂ ਕਰਕੇ ਵਾਈਬ੍ਰੇਸ਼ਨ ਦੇ ਕਰਕੇ ਜਿਹੜੀ ਸਾਊਂਡ ਵੇਵ ਹੈ ਉਹ ਟਰੈਵਲ ਕਰਦੀ ਹੈ। ਹੁਣ ਇਹਨੂੰ ਲੌਂਗੀਟਿਊਡਨਲ ਕਿਉਂ ਬੋਲਦੇ ਆ? ਬਿਕੋਜ਼ ਜਿਹੜੀ ਡਾਇਰੈਕਸ਼ਨ ਦੇ ਵਿੱਚ ਵੇਵ ਟਰੈਵਲ ਕਰ ਰਹੀ ਹੁੰਦੀ ਹੈ, ਜਿਹੜੇ ਪਾਰਟੀਕਲਸ ਹੈ ਮੀਡੀਅਮ ਦੇ, ਉਹ ਬੈਕ ਐਂਡ ਫੋਰਥ ਐਵੇਂ ਅੱਗੇ ਪਿੱਛੇ ਟਰੈਵਲ ਕਰਦੇ ਨੇ। ਓਕੇ, ਹੁਣ ਜਿੱਥੇ ਇਹ ਪਾਰਟੀਕਲਸ ਬਹੁਤ ਜ਼ਿਆਦਾ ਆਪਸ 'ਚ ਇਕੱਠੇ ਹੋ ਜਾਂਦੇ ਆ ਉਹਨੂੰ ਬੋਲਦੇ ਹਾਂ ਆਪਾਂ ਕੰਪਰੈਸ਼ਨ। ਕੰਪਰੈਸ ਹੋ ਗਏ ਮੀਨਸ, ਅਤੇ ਜਿੱਥੇ ਥੋੜ੍ਹੇ ਅਲੱਗ-ਅਲੱਗ ਹੁੰਦੇ ਆ ਉਹਨੂੰ ਬੋਲਦੇ ਹਾਂ ਰੇਅਰਫੈਕਸ਼ਨ। ਹੁਣ ਦੇਖੋ ਕੰਪਰੈਸ਼ਨ ਦੇ ਵਿੱਚ ਪਾਰਟੀਕਲਸ ਇਕੱਠੇ ਆ, ਮਤਲਬ ਵੋਲਿਊਮ ਹੈ ਜਿਹੜਾ ਬਹੁਤ ਜ਼ਿਆਦਾ ਘੱਟ ਗਿਆ। ਅਗਰ ਵੋਲਿਊਮ ਘੱਟ ਗਿਆ ਤਾਂ ਮਤਲਬ ਡੈਂਸਿਟੀ ਵੱਧ ਗਈ ਹੋਊਗੀ, ਤਾਂ ਕੰਪਰੈਸ਼ਨ ਦੀ ਡੈਂਸਿਟੀ ਜ਼ਿਆਦਾ ਹੁੰਦੀ ਹੈ। ਬਿਕੋਜ਼ ਆਪਾਂ ਨੂੰ ਪਤਾ ਨਾ ਕਿ ਜਿਹੜਾ ਡੈਂਸਿਟੀ ਆਫ ਮਾਸ ਅਪੋਨ ਵੋਲਿਊਮ ਹੈ, ਵੋਲਿਊਮ ਅਤੇ ਡੈਂਸਿਟੀ ਇਨਵਰਸਲੀ ਪ੍ਰਪੋਰਸ਼ਨਲ ਹੁੰਦੇ ਆ, ਤਾਂ ਵੋਲਿਊਮ ਘਟਿਆ ਮਤਲਬ ਡੈਂਸਿਟੀ ਵੱਧ ਗਈ। ਅਤੇ ਜਿਹੜਾ ਰੇਅਰਫੈਕਸ਼ਨ ਹੈ ਉਹਦੇ ਵਿੱਚ ਡੈਂਸਿਟੀ ਜਿਹੜੀ ਹੁੰਦੀ ਹੈ ਉਹ ਘੱਟ ਹੁੰਦੀ ਹੈ, ਬਿਕੋਜ਼ ਇੱਥੇ ਵੋਲਿਊਮ ਜ਼ਿਆਦਾ ਹੁੰਦਾ ਹੈ। ਓਕੇ, ਸੋ ਇਹ ਥੋੜ੍ਹੇ ਜਿਹੇ ਕੰਸੈਪਟ ਸੀ, ਇਹ ਪਤਾ ਹੋਣੇ ਚਾਹੀਦੇ ਆ। ਨੈਕਸਟ ਦੇਖਦੇ ਹਾਂ ਕੁਐਸਚਨਸ। ਦੇਖੋ ਕਹਿੰਦਾ ਜਿਹੜੇ ਸਾਊਂਡ ਹੈ ਉਹ ਟਰੈਵਲ ਕਰਦੇ ਡਿਫਰੈਂਟ ਸਪੀਡ ਦੇ ਨਾਲ। ਹੁਣ ਡਿਫਰੈਂਟ ਮੀਡੀਅਮ ਦੇ ਵਿੱਚ ਜਿਹੜੀ ਸਾਊਂਡ ਦੀ ਸਪੀਡ ਹੈ ਉਹ ਡਿਫਰੈਂਟ ਹੁੰਦੀ ਹੈ, ਤਾਂ ਆਪਾਂ ਨੇ ਅਰੇਂਜ ਕਰਨਾ ਇਨਕਰੀਜ਼ਿੰਗ ਮੀਡੀਅਮ ਦੇ ਵਿੱਚ। ਹੁਣ ਦੇਖੋ ਇੱਕ ਹੋਰ ਗੱਲ, ਜਿਹੜੀ ਵੈਲੋਸਿਟੀ ਆਫ ਸਾਊਂਡ ਹੈ ਉਹ ਕਈ ਚੀਜ਼ਾਂ ਦੇ ਉੱਪਰ ਡਿਪੈਂਡ ਕਰਦੀ ਹੈ। ਪਹਿਲਾਂ ਤਾਂ ਆਪਣੇ ਕੋਲ ਚੀਜ਼ ਹੈ ਮੀਡੀਅਮ। ਮੀਡੀਅਮ ਕਿਹੜਾ ਹੈ? ਹੁਣ ਮੀਡੀਅਮ 'ਚ ਕਿਵੇਂ? ਜਿਵੇਂ ਸੋਲਿਡ ਦੇ ਵਿੱਚ ਜਿਹੜੀ ਵੈਲੋਸਿਟੀ ਉਹ ਜ਼ਿਆਦਾ ਹੁੰਦੀ ਹੈ, ਲਿਕੁਇਡਸ ਦੇ ਵਿੱਚ ਘੱਟ ਹੁੰਦੀ ਹੈ, ਅਤੇ ਗੈਸਿਸ ਦੇ ਵਿੱਚ ਉਦੋਂ ਘੱਟ ਹੈ। ਅਗਰ ਮੈਂ ਸੋਲਿਡ ਦੇ ਵਿੱਚ ਐਗਜ਼ਾਮਪਲ ਲਵਾਂ ਆਇਰਨ ਦੀ, ਲਿਕੁਇਡ 'ਚ ਵਾਟਰ ਦੀ, ਅਤੇ ਗੈਸ ਦੇ ਵਿੱਚ ਏਅਰ ਦੀ।
ਆਇਰਨ ਦੇ ਵਿੱਚ ਜਿਹੜੀ ਮੇਰੇ ਕੋਲ ਵੈਲੋਸਿਟੀ ਆਫ ਸਾਊਂਡ ਹੈ ਉਹ ਹੁੰਦੀ ਹੈ 5130 ਮੀਟਰ ਪਰ ਸੈਕਿੰਡ। ਠੀਕ ਹੈ। ਲਿਕੁਇਡ ਦੇ ਵਿੱਚ ਹੁੰਦੀ ਹੈ ਮੇਰੇ ਕੋਲ 1500 ਮੀਟਰ ਪਰ ਸੈਕਿੰਡ। ਤੇ ਗੈਸਿਸ ਦੇ ਵਿੱਚ ਮਤਲਬ 에ਅਰ ਦੇ ਵਿੱਚ ਅਗਰ ਮੈਂ 20 ਡਿਗਰੀ ਸੈਲਸੀਅਸ ਤੇ ਗੱਲ ਕਰਾਂ ਹੁੰਦੀ ਹੈ 344 ਮੀਟਰ ਪਰ ਸੈਕਿੰਡ। ਓਕੇ, ਸੋ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਹੋਈ? ਸੋਲਿਡ ਦੇ ਵਿੱਚ। ਪਹਿਲਾ ਇਹ ਪੁਆਇੰਟ ਹੋ ਗਿਆ। ਦੂਸਰਾ ਕੀ ਯਾਦ ਰੱਖਣਾ ਹੈ? ਦੂਸਰਾ ਯਾਦ ਰੱਖਣਾ ਹੈ ਜਿਹੜੀ ਵੈਲੋਸਿਟੀ ਆਫ ਸਾਊਂਡ ਹੈ ਉਹ ਡਿਪੈਂਡ ਕਰਦਾ ਟੈਂਪਰੇਚਰ ਦੇ ਉੱਪਰ। ਟੈਂਪਰੇਚਰ ਦੇ ਉੱਪਰ ਕਿਵੇਂ? ਜਿਵੇਂ ਸਪੋਜ਼ ਅਗਰ ਟੈਂਪਰੇਚਰ ਜ਼ਿਆਦਾ ਹੈ ਤਾਂ ਵੈਲੋਸਿਟੀ ਹੈ ਜਿਹੜੀ ਸਾਊਂਡ ਦੀ ਉਹ ਜ਼ਿਆਦਾ ਹੋਊਗੀ। ਤਾਂ ਹੀ ਤੁਸੀਂ ਦੇਖੋਗੇ ਹੌਟ ਡੇ ਦੇ ਵਿੱਚ ਵੈਲੋਸਿਟੀ ਆਫ ਸਾਊਂਡ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਕੋਲਡ ਡੇ। एग्जाम्पल देखो जिमें 0 डिग्री सैलसीअस अगर टैंपरेचर तो जी वेलोसिटी ऑफ साउंड है 332 मीटर पर सैकेंड होंगी है। अगर 20 डिग्री सैलसीअस है तो यह कितना होंगे 344 मीटर पर सैकेंड। यानी कि टैंपरेचर वधिया तो वो जी वेलोसिटी है साउंड की वो भी इनक्रीज होगी। थर्ड पॉइंट की है जी वेलोसिटी ऑफ साउंड है वो ह्यूमिडिटी पर भी डिपेंड करती है। ठीक है, मोस्टली बच्चों को पता ही होगा कि जोड़ा अपन पता है कि अगर टैंपरेचर इनक्रीज होंगे ਹਿਊਮਿਡਿਟੀ ਇਨਕਰੀਜ਼ ਹੁੰਦੀ ਹੈ। ਹੁਣ ਆਪਾਂ ਨੂੰ ਟੈਂਪਰੇਚਰ ਦਾ ਜਿਹੜਾ ਰਿਲੇਸ਼ਨ ਹੈ ਹਿਊਮਿਡਿਟੀ ਨਾਲ ਪਤਾ ਹੈ ਤੇ ਵੈਲੋਸਿਟੀ ਆਫ ਸਾਊਂਡ ਨਾਲ ਪਤਾ ਹੈ। ਯਾਨੀ ਕਿ ਤਿੰਨੋਂ ਕੀ ਹੋ ਗਏ? ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਗਏ। ਟੈਂਪਰੇਚਰ ਵੱਧਦਾ ਹਿਊਮਿਡਿਟੀ ਵੱਧਦੀ ਹੈ, ਟੈਂਪਰੇਚਰ ਵੱਧਦਾ ਹੈ ਵੈਲੋਸਿਟੀ ਆਫ ਸਾਊਂਡ ਵੱਧਦੀ ਹੈ। ਇਹਦਾ ਮਤਲਬ ਅਗਰ ਹਿਊਮਿਡਿਟੀ ਇਨਕਰੀਜ਼ ਹੋਊਗੀ ਤਾਂ ਜਿਹੜੀ ਵੈਲੋਸਿਟੀ ਆਫ ਸਾਊਂਡ ਹੈ ਉਹ ਵੀ ਵੱਧ ਹੋਊਗੀ। ਓਕੇ, ਐਵੇਂ ਇੰਟਰਲਿੰਕ ਕਰ ਲਿਆ ਕਰੋ। ਉਹ ਤੋਂ ਬਾਅਦ ਇੱਕ ਹੋਰ ਚੀਜ਼ ਦੇਖੋ, ਜਿਹੜੀ ਵੈਲੋਸਿਟੀ ਆਫ ਸਾਊਂਡ ਹੈ ਉਹ ਡੈਂਸਿਟੀ ਤੇ ਵੀ ਡਿਪੈਂਡ ਕਰਦੀ ਹੈ 에ਅਰ ਦੀ। ਡੈਂਸਿਟੀ ਤੇ ਕਿਵੇਂ ਕਰੂਗੀ? 에ਅਰ ਦੀ ਡੈਂਸਿਟੀ ਤੇ। ਜਿਵੇਂ ਸਪੋਜ਼ ਆਪਣੇ ਕੋਲ ਹੁਣ ਪਤਾ ਹੈ ਕਿ ਅਗਰ ਟੈਂਪਰੇਚਰ ਇਨਕਰੀਜ਼ ਹੋ ਗਿਆ 에ਅਰ ਦਾ ਇਨਕਰੀਜ਼ ਹੋ ਗਿਆ ਇਹਦਾ ਮਤਲਬ ਜਿਹੜੀ 에ਅਰ ਹੈ ਉਹ ਕੀ ਹੋਊਗੀ? ਉਹਦਾ ਵੋਲਿਊਮ ਇਨਕਰੀਜ਼ ਹੋ ਜਾਊਗਾ, 에ਅਰ ਫੈਲ ਜੂਗੀ, ਐਕਸਪੈਂਡ ਹੋ ਜੂਗੀ, ਮੀਨਸ ਵੋਲਿਊਮ ਇਨਕਰੀਜ਼ ਹੋ ਗਿਆ। ਹੁਣ ਅਗਰ ਵੋਲਿਊਮ ਇਨਕਰੀਜ਼ ਹੋ ਗਿਆ ਤਾਂ ਮਤਲਬ ਡੈਂਸਿਟੀ ਘੱਟ ਜੂਗੀ। ਠੀਕ ਹੈ, ਤਾਂ ਮਤਲਬ ਕੀ ਹੋਇਆ ਕਿ ਜਿਹੜੀ ਵੈਲੋਸਿਟੀ ਆਫ ਸਾਊਂਡ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ ਡੈਂਸਿਟੀ ਦੇ। एयर की डेंसिटी दे इनवर्सली प्रपोर्शनल होंगी है। ये चीज़ नू याद रखना है। ओके, मैं क्योंकि दस चुकी ना कि टैंपरेचर इनक्रीज होया तो वॉल्यूम इनक्रीज हो गया। टैंपरेचर का अपने वेलोसिटी ऑफ साउंड नाल पढ़िया कि डायरैक्टली प्रपोर्शनल है, मतलब वॉल्यूम दे भी डायरैक्टली प्रपोर्शनल है। तो जो डेंसिटी होंगे मास अपॉन वॉल्यूम है, डेंसिटी तो मास उल्टा है, वॉल्यूम डेंसिटी तो वॉल्यूम उल्टा है। तो यदा मतलब अगर अपने को जी स्पीड ऑफ साउंड है वो इनक्रीज हो रही है तो डेंसिटी घटूगी। ओके, सो अगला क्वेश्चन, सो ये क्वेश्चन देखते हैं पहला। हुण ये की है, ये मैं तुहानूं ऑलरेडी दसता कि एयर दे सब तो घट एयर दैन वाटर दैन आयरन, तो यदा आंसर आऊगा सी। नैक्सट क्वेश्चन देखो, वो इन्हें कहा कि ग्लास आयरन एयर वाटर दे विच इहदा करैक्ट सीक्वेंस दसो। देखो जिहड़ी आंसर की सी पेपर दी उहदे विच इन्हां ने आंसर डी दिता होया है, बट जो मेरे को डाटा अवेलेबल है मैं एक दो जगह तो देखा है ਉਹਦੇ ਅਕॉर्डिंग आंसर आऊगा सी। बिकॉज ਜਿਹੜੀ ਵੈਲੋਸਿਟੀ ਹੁੰਦੀ ਹੈ ਉਹ ਗਲਾਸ ਦੇ ਵਿੱਚ ਸਾਊਂਡ ਦੀ ਹੁੰਦੀ ਹੈ 5170 ਮੀਟਰ ਪਰ ਸੈਕਿੰਡ ਤੇ ਆਪਾਂ ਨੇ ਆਇਰਨ ਦੇ ਵਿੱਚ ਆਲਰੇਡੀ ਦੇਖੀ ਕਿੰਨੀ ਹੈ 5130, ਤਾਂ ਉਹਦੇ ਹਿਸਾਬ ਨਾਲ ਆंसर सी ਆਏਗਾ। ਓਕੇ, ਸੋ ਨੈਕਸਟ ਦੇਖਦੇ ਹਾਂ। ਨੈਕਸਟ ਦੇਖੋ, ਵਿਚ ਆਫ ਦ ਫੋਲੋਇੰਗ इज ट्रू फॉर साउंड कैनॉट ट्रैवल थ्रू वैक्यूम। ये मैं तुहानूं हुणी दस्सिया कि मैकेनिकल वेव है इसलिए वो वैक्यूम दे विचों ट्रैवल नहीं कर सकते। ठीक है, कैनॉट ट्रैवल थ्रू गैस, ये गलत हो गया। कैनॉट ट्रैवल थ्रू लिक्विड्स, ये भी गलत है, ये भी गलत है, तो आंसर की आऊगा ए। ओके, नैक्सट वेलोसिटी ऑफ साउंड इन एयर डज नॉट डिपेंड अपॉन। देखो मैं तुहानूं दस्सिया है वेलोसिटी ऑफ साउंड डेंसिटी ऑफ एयर ते भी डिपेंड करती है, इनवर्सली प्रपोर्शनल हुंदा है, टैंपरेचर ते भी करती है, डायरैक्टली प्रपोर्शनल है, ह्यूमिडिटी ते भी करती है, डायरैक्टली प्रपोर्शनल है, प्रैशर ते नहीं करती, तो इसका आंसर क्या होगा? सी। सी इज द आंसर। ओके, नैक्सट स्पीड ऑफ साउंड विल बी हाईएस्ट इन। हुण देखो ये भी मैं तुहानूं दो चीज़ां दसियां कि अगर ह्यूमिडिटी इनक्रीज होगी स्पीड ऑफ साउंड वधूगी, अगर टैंपरेचर इनक्रीज होगा तो भी स्पीड ऑफ साउंड ज़्यादा होगी। तो ह्यूमिड एयर है तो टैंपरेचर इत्थे ज़्यादा है, तो इसका आंसर क्या होगा? डी। ओके, नैक्सट क्वेश्चन है विच ऑफ द फॉलोइंग स्टेटमेंट कि ट्रू है रिगार्डिंग साउंड वेव्स। पहला उन्हें क्या है ह्यूमन ईयर जोड़ा है वो डिटेक्ट कर सकता है साउंड वेव्स जी 20 हर्ट्स टू 20,000 हर्ट्स होंगी है। साउंड वेव्स एयर दे विच ट्रांसफर्स वेव है, ये गलत है, हुणे दस्सिया किहड़ी हुंदी है? लॉन्गिट्यूडनल वेव्स। साउंड जनरली ट्रैवल फास्टर इन गैसिज,
एंड लिक्विड्स दैन इन सॉलिड्स, ये भी गलत है। सब तो ज़्यादा किहदे विच स्पीड हुंदी है, सॉलिड्स दे विच। साउंड कैन ट्रैवल थ्रू वैक्यूम, ये भी गलत हो। ਇਹਦਾ आंसर आया ए। ਹੁਣ ਇੱਥੇ एक होर चीज़ देखते हैं, देखो अपने कोल जिहड़ी ऑडिबल रेंज है साउंड की, हुण कुछ फ्रीकुएंसी हुंदी है, जिहड़ी फ्रीकुएंसी 20 हर्ट्स तो लैके 20,000 हर्ट्स तक है, उन्होंने आपां बोलते हैं ऑडिबल रेंज। ऑडिबल रेंज क्यों? बिकॉज जिहड़े ह्यूमनस है इनू सुन सकते हैं अगर फ्रीकुएंसी इन्नी है साउंड की। अगर ये तो घट है या ये तो वध है तो ह्यूमन सुन नहीं सकते। ये तो घट वाली नू की बोलते हैं? देखो ये तो घट वाली नू आपां बोलांगे इंफ्रासोनिक साउंड। इंफ्रासोनिक ते जिहड़ी कि मतलब 20,000 हर्ट्स तो घट है, 20 हर्ट्स तो सॉरी, तो अगर 20,000 हर्ट्स तो वध फ्रीकुएंसी की गल करिए उन्होंने आपां बोलते हैं अल्ट्रासोनिक साउंड। हुण जिहड़ी इंफ्रासोनिक साउंड है, इहदे बारे भी एक दो चीज़ां देख लो। देखो जिहड़े अर्थक्वेक्स आते हैं वो इंफ्रासोनिक साउंड्स होंदे, इसलिए आपां नूं सुनदे नहीं, ह्यूमनस नूं तां नहीं सुनदे, बट तुसीं देखोगे कुछ एनीमल्स दे विच चहल पहल होनी स्टार्ट हो जाती है ना। जिवें जिहड़ा पेंडुलम, अगर पेंडुलम वाइब्रेट कर रहा है उसकी थोड़ी थोड़ी आवाज़ होंदी है, वो आपां नूं नहीं सुनदी। क्यों नहीं सुनदी? बिकॉज वो इंफ्रासोनिक साउंड होंदी है। ठीक है, पेंडुलम एग्जाम्पल आ गई। हुण ऐसे किहड़े किहड़े एनीमल्स हैं जिहड़े या तो इंफ्रासोनिक साउंड नूं प्रोड्यूस करते हैं, सुन सकते हैं। वो एग्जाम्पल्स भी देख लो, जिवें वेल्स हो गई, एलीफेंट्स हो गए, राइनोसिरोसिस हो गए, ये सब इंफ्रासोनिक नूं सुन भी सकते हैं तो प्रोड्यूस भी कर सकते हैं। ओके, हुण अल्ट्रासोनिक साउंड की गल करिए, अल्ट्रासोनिक साउंड किहड़ी होगी? जिवें बैट्स अल्ट्रासोनिक साउंड नूं प्रोड्यूस भी करते हैं तो सुन भी सकते हैं, है ना। डॉग्स भी सुन सकते हैं, मंकीज़, कैट्स, डॉल्फिन्स, लियोपार्ड्स। ओके, तो एक होर गल, जिहड़े चिल्ड्रन 5 साल तो घट दे हुंदे उन्होंने भी अल्ट्रासोनिक साउंड है जिहड़ी वो सुन जाती है, पर जिहड़े ह्यूमनस है मतलब जिहड़े बड़े हो गए 5 साल तो उन्होंने सिर्फ 20 हर्ट्स तो लैके 20,000 हर्ट्स तक ही सुनता है। ओके, जिमें जिमें आप बड़े होने अपनी सुनने की शक्ति घटती रहती है। ऐसी इंपॉर्टेंट चीज़ां, इसलिए इन्हां बारे मैं तुहानूं दस्सिआ है। एक होर चीज़ इंपॉर्टेंट है, चलो पहला क्वेश्चन देखते हैं उदों ही करांगे। हुण इहदे विच उहने कहा वैन मैकेनिकल वेव्स जिहदी फ्रीकुएंसी ऑडिबल रेंज तो ज़्यादा है उन्होंने की बोलते हैं? हुणे दस्सिआ है डी, अल्ट्रासोनिक। ठीक है, हुण देखो इंफ्रासोनिक मैं दस चुकी, ऑडिबल रेंज तो घट वाली रेंज। हुण सोनिक्स की हुंदा है? सोनिक बेसिकली ऑडिबल रेंज नूं ही बोलते हैं। सुपरसोनिक ही हुंदा है? देखो सुपरसोनिक उन्होंने बोलते हैं जो जिहड़ी स्पीड ऑफ ऑब्जैक्ट है वही ज़्यादा होगी स्पीड ऑफ साउंड तो, उन्होंने बोलते हैं आप सुपरसोनिक स्पीड। ओके, जिमें रॉकेट्स हैं जिहड़े वो सुपरसोनिक स्पीड ते जाते हैं। एक अपने कोल सोनिक बूम भी हुंदा है। सोनिक बूम मतलब की है कि जदों देखो जदों भी जिमें रॉकेट है वो जाता है अर्थ तो बाहर जाता है, इन्नी स्पीड हुंदी है उसदी कि साउंड की स्पीड तो भी ज़्यादा है, तो उस करके बहुत ज़्यादा शॉक वेव्स जिहड़ियां ने वो रिलीज़ करते हैं, तो उस शॉक वेव्स नूं ही आपां सोनिक बूम बोलते हैं। सोनिक बूम बहुत ज़्यादा एनर्जैटिक वेव्स होंदियां ये। ओके, सो ये हो गया। बेसिकली टर्म्स का मतलब पता होना चाहिए बिकॉज किते ना किते पूछ सकते हैं। सो नैक्सट क्वेश्चन देखो, बैट्स कैन फ्लाई इन डार्क। ब्लैक बैट्स हैं जिहड़े वो डार्क दे विच क्यों उड़ सकते हैं? बिकॉज दे आर गाइडिड बाय अल्ट्रासोनिक वेव्स प्रोड्यूस बाय दैम। सो आंसर इज सी। तो अगर मैं गल करा जिहड़े बैट्स हैं, जिवें बैट है अपने कोल, ये की करते हैं कोई चीज़ अगर इन्होंने डिटैक्ट करना है, ये एवें अल्ट्रासोनिक साउंड नूं छड्ड देणगे तो वापस आऊगी जो इन्हों के कोल अल्ट्रासोनिक साउंड, ये समझ जाते हैं भी जी कोई भी चीज़ है वो किन्ने डिस्टेंस से है, इन्हों दिखता तो होंदा नहीं, तो इस तरीके नाल ये उड़ते हैं। ठीक है, ताई टकराते नहीं किते बिकॉज ये अल्ट्रासोनिक साउंड नूं प्रोड्यूस करते हैं। सो इन्हों की उड़न हेल्प करता है। सो नैक्सट देखते हैं, ये वाले क्वेश्चन के उन्हें कहा कि जी अल्ट्रासोनिक वेव्स है वो किहड़ी चीज़ां वो बारे करैक्ट है। पहला उन्हें कहा कि अल्ट्रासोनिक वेव्स का जो यूज़ है उन्होंने रेडार के किया जाता है। सैकेंड है कि बैट्स, डॉग, डॉल्फिन्स है जिहड़ियां अल्ट्रासोनिक वेव्स नूं सुन सकते हैं। थर्ड है कि जिहड़ी अल्ट्रासाउंड है उसका यूज़ सोनोग्राफी किया जाता है, मतलब फीटस की पिक्स लैण दे लई ह्यूमन वॉर्म दे विच। सो देखो ये वाले क्वेश्चन दे नाल एक होर मैं तुहानूं चीज़ दसूँगी। देखो जिहड़ी अल्ट्रासोनिक वेव्स हैं वो कि उन्हां दी फ्रीकुएंसी बहुत ज़्यादा है। हुण उन्हां दी फ्रीकुएंसी ज़्यादा है तां करके उन्हां दी एप्लीकेशनस बहुत हैं, बिकॉज उन्हां दी पेनीट्रेशन पावर ज़्यादा है। पेनीट्रेशन पावर मीनस कि वो किसी भी मटीरियल दे विचों पास कर सकदियां ने। ठीक है, इन्हां दी एप्लीकेशनस देखते हैं फिर एक क्वेश्चन का आंसर देखते हैं। देखो
ਜਿਹੜੀ ਅਲਟਰਾਸੋਨਿਕ ਵੇਵਸ ਆ ਉਹਨਾਂ ਦੀ ਕੀ ਐਪਲੀਕੇਸ਼ਨ ਹੈ। ਦੇਖੋ ਦੀ ਪਹਿਲੀ ਐਪਲੀਕੇਸ਼ਨ ਕੀ ਹੈ ਕਿ ਕੋਈ ਵੀ ਮੈਟਲ ਬਲੌਕ ਹੈ, ਅਗਰ ਉਹਦੇ ਵਿੱਚ ਕਰੈਕਸ ਹੈ, ਉਹ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਬਲੌਕ ਦੇ ਵਿੱਚ ਕਰੈਕਸ ਹੈਗੇ ਆ ਕਿ ਨਹੀਂ ਅਲਟਰਾਸਾਊਂਡ ਨਾਲ। ਜਿਵੇਂ ਸਪੋਜ਼ ਅਲਟਰਾਸਾਊਂਡ ਪ੍ਰੋਡਿਊਸ ਕਰਨ ਵਾਲੇ ਆਪਾਂ ਨੇ ਇੱਥੇ ਲਗਾਤੇ, ਠੀਕ ਹੈ, ਤੇ ਆਪਣੇ ਕੋਲ ਮੈਟਲ ਬਲੌਕ ਹੈ। ਹੁਣ ਅਗਰ ਫਲੋ ਹੈਗਾ, ਅਗਰ ਨਹੀਂ ਫਲੋ ਹੈਗਾ ਤਾਂ ਸਿੱਧੀ ਪਾਸ ਕਰ ਜੂਗੀ ਅਲਟਰਾਸਾਊਂਡ ਵੇਵ ਹੈ ਜਿਹੜੀ, ਬਟ ਅਗਰ ਫਲੋ ਹੈ ਜਾਂ ਤਾਂ ਉਹ ਪਾਸ ਨਹੀਂ ਕਰੂਗੀ ਜਾਂ ਵਾਪਿਸ ਆ ਜੂਗੀ, ਤਾਂ ਪਤਾ ਲੱਗ ਜਾਂਦਾ ਹੈ। ਸੈਕਿੰਡ ਐਪਲੀਕੇਸ਼ਨ ਕੀ ਹੈ, ਇੰਡਸਟਰੀਜ਼ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਕਲੀਨਿੰਗ ਪਰਪਸ ਦੇ ਲਈ। ਜਿਵੇਂ ਅਗਰ ਆਪਣੇ ਕੋਲ ਸਪਾਇਰਲ ਟਿਊਬਸ ਹੈ, ਉਹ ਸਪਾਇਰਲ ਟਿਊਬ ਨੂੰ ਕੀ ਕਰਦੇ ਆ, ਸੋਲਿਊਸ਼ਨ ਦੇ ਵਿੱਚ ਰੱਖ ਦਿੰਦੇ ਆ, ਠੀਕ ਹੈ, ਤੇ ਅਲਟਰਾਸਾਊਂਡ ਪ੍ਰੋਡਿਊਸ ਕਰਕੇ ਉਹਨੂੰ ਪਾਸ ਕਰ ਦਿੰਦੇ ਆ ਵਾਟਰ ਦੇ ਵਿੱਚੋਂ। ਤਾਂ ਜਿਹੜੀ ਵੀ ਡਰਟ ਹੁੰਦੀ ਹੈ ਉਹ ਟਿਊਬ ਦੇ ਵਿੱਚ, ਜਿਵੇਂ ਸਪਾਇਰਲ ਟਿਊਬ ਰੱਖਤੀ, ਉਹਨੂੰ ਕਲੀਨ ਕਰਨ ਲਈ ਉਹਦੇ ਤੱਕ ਪਹੁੰਚ ਤਾਂ ਸਕਦੇ ਨਹੀਂ, ਤਾਂ ਉਹਨਾਂ ਨੇ ਸੋਲਿਊਸ਼ਨ 'ਚ ਰੱਖਤੀ, ਠੀਕ ਹੈ। ਅਲਟਰਾਸਾਊਂਡ ਵੇਵਸ ਜਦੋਂ ਉਹਦੇ ਵਿੱਚੋਂ ਪਾਸ ਕਰਦੀਆਂ ਤਾਂ ਉਹ ਚੀਜ਼ ਦੇ ਵਿੱਚ ਵਾਈਬ੍ਰੇਸ਼ਨਸ ਹੁੰਦੀਆਂ, ਡਰਟ ਜਿਹੜੀ ਵਾਈਬ੍ਰੇਸ਼ਨ ਨਾਲ ਅਲੱਗ ਹੋ ਜਾਂਦੀ ਹੈ, ਪਾਣੀ ਵਿੱਚ ਚਲੀ ਜਾਂਦੀ ਹੈ ਅਤੇ ਚੀਜ਼ ਸਾਫ਼ ਹੋ ਜਾਂਦੀ ਹੈ। ਐਵੇਂ ਯੂਜ਼ ਕੀਤਾ ਜਾਂਦਾ। ਥਰਡ ਹੈ ਜਿਵੇਂ ਕਿਡਨੀਜ਼, ਗੋਲ ਬਲੈਡਰ ਹੋ ਗਿਆ, ਠੀਕ ਹੈ, ਉਹਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਅਲਟਰਾਸਾਊਂਡ ਨੂੰ। ਫੋਰਥ ਡਿਵੈਲਪਮੈਂਟ ਆਫ ਫੀਟਸ, ਕਿਡਨੀਜ਼ ਦੇ ਵਿੱਚ ਹੋ ਗਿਆ। ਫੋਰਥ ਹੈ ਕਿ ਫੀਟਸ ਦੀ ਕੈਸੀ ਡਿਵੈਲਪਮੈਂਟ ਹੋ ਰਹੀ ਹੈ ਵੂਮ ਦੇ ਵਿੱਚ, ਉਹਦੇ ਲਈ ਯੂਜ਼ ਕੀਤਾ ਜਾਂਦਾ ਅਲਟਰਾਸਾਊਂਡ ਨੂੰ। ਫਿਫਥ ਹੈ ਸਟੋਨਸ ਦੀ ਡਿਟੈਕਸ਼ਨ ਦੇ ਲਈ ਵੀ ਯੂਜ਼ ਕੀਤਾ ਜਾਂਦਾ ਹੈ, ਅਤੇ ਸਟੋਨਸ ਨੂੰ ਰਿਮੂਵ ਕਰਨ ਦੇ ਲਈ ਵੀ ਯੂਜ਼ ਕੀਤਾ ਜਾਂਦਾ ਅਲਟਰਾਸਾਊਂਡ ਨੂੰ। ਓਕੇ, ਸਿਕਸਥ ਆਪਣੇ ਕੋਲ ਹੈ ਸੋਨਾਰ। ਹੁਣ ਸੋਨਾਰ ਬਹੁਤ ਇੰਪੋਰਟੈਂਟ ਕੰਸੈਪਟ ਹੈ, ਇਹਨੂੰ ਥੋੜ੍ਹਾ ਦੇਖਦੇ ਹਾਂ। ਸੋਨਾਰ ਬੇਸਿਕਲੀ ਕੀ ਮਤਲਬ ਹੈ, ਸੋਨਾਰ ਦਾ ਮਤਲਬ ਹੈ ਸਾਊਂਡ, ਨੈਵੀਗੇਸ਼ਨ ਐਂਡ ਰੇਂਜਿੰਗ। ਇਹਦੇ ਵਿੱਚ ਬੇਸਿਕਲੀ ਕੀ ਹੈ, ਹੁਣ ਜਿਵੇਂ ਦੇਖੋ ਆਪਣੇ ਕੋਲ ਸਮੁੰਦਰ ਹੈ, ਠੀਕ ਹੈ, ਅਤੇ ਇੱਥੇ ਆਪਣੇ ਕੋਲ ਸ਼ਿਪ ਹੈ। ਇਹ ਸ਼ਿਪ ਦੇ ਵਿੱਚ ਦੋ ਚੀਜ਼ਾਂ ਲੱਗੀਆਂ ਹੁੰਦੀਆਂ ਨੇ, ਇੱਕ ਆਪਣੇ ਕੋਲ ਲੱਗਿਆ ਹੋਇਆ ਇੱਥੇ ਟਰਾਂਸਮੀਟਰ, ਇਹ ਲੱਗਿਆ ਹੋਇਆ ਆਪਣੇ ਕੋਲ ਟਰਾਂਸਮੀਟਰ, ਇਹ ਲੱਗਿਆ ਹੋਇਆ ਰਿਸੀਵਰ। ਹੁਣ ਇਹਦੇ ਵਿੱਚ ਇਹ ਟਰਾਂਸਮੀਟਰ ਨੇ ਜਦੋਂ ਅਲਟਰਾਸਾਊਂਡ ਪ੍ਰੋਡਿਊਸ ਕੀਤੀ, ਇੱਥੇ ਨੀਚੇ ਜਦੋਂ ਹੀ ਉਹ ਜ਼ਮੀਨ ਦੇ ਨਾਲ ਟਕਰਾਊਗੀ, ਸੀ ਫਲੋਰ ਦੇ ਨਾਲ, ਤਾਂ ਉਹ ਟਕਰਾ ਕੇ ਕੀ ਹੋਊਗੀ, ਵਾਪਿਸ ਆਊਗੀ। ਬਿਕੋਜ਼ ਆਪਾਂ ਨੂੰ ਪਤਾ ਹੈ ਜਿਹੜੀ ਸਾਊਂਡ ਵੇਵ ਹੈ ਉਹ ਰਿਫਲੈਕਸ਼ਨ ਦੇ ਪ੍ਰਿੰਸੀਪਲ ਨੂੰ ਵੀ ਫੋਲੋ ਕਰਦੀ ਹੈ। ਮਤਲਬ ਕਿ ਰਿਫਲੈਕਸ਼ਨ ਦਾ ਪ੍ਰਿੰਸੀਪਲ ਕੀ ਹੈ ਕਿ ਅਗਰ ਕਿਸੇ ਚੀਜ਼ ਤੋਂ ਟਕਰਾਉਂਦੀ ਹੈ ਤਾਂ ਉੱਥੇ ਵਾਪਿਸ ਆ ਜਾਂਦੀ ਹੈ ਉਹੀ ਮੀਡੀਅਮ ਦੇ ਵਿੱਚ ਟਕਰਾ ਕੇ, ਠੀਕ ਹੈ। ਸੋ ਇਹ ਟਕਰਾਊਗੀ, ਟਕਰਾਉਣ ਤੋਂ ਬਾਅਦ ਰਿਸੀਵਰ ਇਹਨੂੰ ਡਿਟੈਕਟ ਕਰ ਲੂਗਾ। ਤਾਂ ਜਿੰਨਾ ਟਾਈਮ ਲੱਗੂਗਾ ਸ਼ਿਪ ਤੋਂ ਫਲੋਰ ਤੱਕ ਜਾਣ ਨੂੰ ਵੇਵ ਨੂੰ, ਉਹ ਟਾਈਮ ਇਹਨਾਂ ਨੇ ਨੋਟ ਕਰ ਲਿਆ, ਅਤੇ ਉਹਦੇ ਨਾਲ ਫਿਰ ਇਹ ਡਿਸਟੈਂਸ ਫਾਈਂਡ ਕਰ ਲੈਂਦੇ ਆ ਕਿ ਕਿੰਨਾ ਡੀਪ ਹੈ। ਬੇਸਿਕਲੀ ਸਮੁੰਦਰ ਦੀ ਗਹਿਰਾਈ ਦੇਖਣ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ, ਜਾਂ ਫਿਰ ਸਮਰੀਜ਼ ਨੂੰ ਡਿਟੈਕਟ ਕਰਨ ਦੇ ਲਈ। ਅਗਰ ਕੋਈ ਸਮਰੀਨ ਹੋਊਗੀ ਤਾਂ ਇਹ ਡਿਟੈਕਟ ਕਰ ਲੂ ਨਾ, ਕਿਉਂਕਿ ਇਹ ਉਦੋਂ ਤੱਕ ਜਾਊਗੀ ਨਹੀਂ ਜਾਂ ਵਾਪਿਸ ਆ ਜਾਊਗੀ, ਠੀਕ ਹੈ, ਤਾਂ ਉਹਦੇ ਨਾਲ ਡਿਟੈਕਸ਼ਨ ਹੋ ਜੂ ਕਿ ਕਿਸੇ ਦੁਸ਼ਮਣ ਦੀ ਜਿਹੜੀ ਸਮਰੀਨ ਹੈ ਉਹ ਆਪਣੇ ਵਾਟਰ ਦੇ ਵਿੱਚ ਘੁੰਮ ਰਹੀ ਹੈ, ਠੀਕ ਹੈ। ਤਾਂ ਇਹ ਐਪਲੀਕੇਸ਼ਨ ਹੈ ਸੋਨਾਰ ਦੀ, ਇਹ ਯਾਦ ਰੱਖਣੀ ਇੰਪੋਰਟੈਂਟ ਹੈ। ਸੋ ਕੁਐਸਚਨ ਦੇਖਦੇ ਹਾਂ। ਦੇਖੋ ਕੁਐਸਚਨ ਦੇ ਵਿੱਚ ਕਿਹਾ ਗਿਆ ਹੈ ਕਿ ਐਪਲੀਕੇਸ਼ਨ ਹੈ ਰੇਡਾਰ ਲਈ, ਨਹੀਂ। ਰੇਡਾਰ ਦਾ ਮਤਲਬ ਕੀ ਹੁੰਦਾ ਹੈ, ਰੇਡੀਓ ਡਿਟੈਕਸ਼ਨ ਐਂਡ ਨੈਵੀਗੇਸ਼ਨ, ਬਟ ਇਹਦੀ ਐਪਲੀਕੇਸ਼ਨ ਹੈ ਸੋਨਾਰ ਦੇ ਵਿੱਚ। ਰੇਡਾਰ ਦੇ ਵਿੱਚ ਆਪਣੇ ਕੋਲ ਰੇਡੀਓ ਵੇਵਸ ਯੂਜ਼ ਕੀਤੇ ਜਾਂਦੀਆਂ, ਨਾ ਕਿ ਅਲਟਰਾਸੋਨਿਕ ਵੇਵਸ, ਠੀਕ ਹੈ। ਤਾਂ ਪਹਿਲਾ ਗਲਤ ਹੈ। ਸੈਕਿੰਡ ਹੈ ਕਿ ਬੈਟਸ, ਡੌਗਸ, ਡੋਲਫਿਨ ਸੁਣ ਸਕਦੇ ਹਾਂ, ਇਹ ਠੀਕ ਹੈ। ਥਰਡ ਹੈ ਮੋਸਟ ਵੈਲ ਨੋਨ ਐਪਲੀਕੇਸ਼ਨ ਹੈ ਜਿਹੜੀ ਉਹ ਕਿਹਦੇ ਵਿੱਚ ਹੈ, ਸੋਨੋਗ੍ਰਾਫੀ ਦੇ ਵਿੱਚ, ਇਹ ਵੀ ਠੀਕ ਹੈ। ਸੋ ਇਹਦਾ ਆਨਸਰ ਕੀ ਆਊਗਾ, ਸੀ, ਠੀਕ ਹੈ। ਤਾਂ ਆਪਣਾ ਜਿਹੜਾ ਸਾਊਂਡ ਦੇ ਨਾਲ ਰਿਲੇਟਿਡ ਚੀਜ਼ਾਂ ਨੇ ਉਹ ਸਾਰੀਆਂ ਮੈਂ ਤੁਹਾਨੂੰ ਦੱਸ ਦਿਆਂ, ਬਹੁਤ ਇੰਪੋਰਟੈਂਟ ਚੀਜ਼ਾਂ ਨੇ। ਇੱਕ ਹੋਰ ਗੱਲ ਦੇਖੋ ਜਿਹੜੀ ਆਪਾਂ ਨੂੰ ਪਤਾ ਹੈ ਉਹ ਵੀ ਇੰਪੋਰਟੈਂਟ ਹੈ, ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ। ਜਿਵੇਂ ਸਪੋਜ਼ ਇੱਕੋ ਜਿਹੜੀ ਪ੍ਰੋਡਿਊਸ ਹੁੰਦੀ ਹੈ, ਜਿਵੇਂ ਇੱਥੇ ਕੋਈ ਆਪਾਂ ਕਹਿੰਦੇ ਨਹੀਂ ਕਿ ਪਹਾੜਾਂ ਦੇ ਵਿੱਚ ਜਾ ਕੇ ਆਵਾਜ਼ ਕਰੋ ਦੁਬਾਰਾ ਸੁਣਾਈ ਦੇਣਗੀ, ਉਹਨੂੰ ਬੋਲਦੇ ਹਾਂ ਇੱਕੋ, ਆਪਣੀ ਆਵਾਜ਼ ਦੁਬਾਰਾ ਸੁਣਨੀ ਟਕਰਾ ਕੇ। ਤਾਂ ਇਹ ਕਈ ਵਾਰ ਐਂ ਪੁੱਛ ਲੈਂਦੇ ਆ ਕਿ ਡਿਸਟੈਂਸ ਕਿੰਨਾ ਹੋਣਾ ਚਾਹੀਦਾ ਹੈ ਉਹ ਚੀਜ਼ ਦੇ ਵਿੱਚ ਜੋ ਕਿ ਆਵਾਜ਼ ਨੂੰ ਪ੍ਰੋਡਿਊਸ ਕਰ ਰਹੀ ਹੈ ਅਤੇ ਜਿੱਥੋਂ ਟਕਰਾ ਕੇ ਆਵਾਜ਼ ਵਾਪਿਸ ਆ ਰਹੀ ਹੈ। ਤਾਂ ਉਹਦੇ ਵਿੱਚ ਡਿਸਟੈਂਸ ਕਿੰਨਾ ਹੋਣਾ ਚਾਹੀਦਾ, ਡਿਸਟੈਂਸ ਮਿਨੀਮਮ 17.2 ਮੀਟਰਸ ਹੋਣਾ ਚਾਹੀਦਾ, ਤਾਂ ਇੱਕੋ ਪ੍ਰੋਡਿਊਸ ਹੋਊ, ਵਰਨਾ ਨਹੀਂ ਹੋਊ, ਠੀਕ ਹੈ। ਸੋ ਅੱਜ ਆਪਾਂ ਸਾਊਂਡ ਦੇ ਰਿਲੇਟਿਡ ਚੀਜ਼ਾਂ ਪੜ੍ਹੀਆਂ, ਕੁਐਸਚਨਸ ਦੇਖੇ, ਠੀਕ ਹੈ। ਇੰਪੋਰਟੈਂਟ ਜਿੰਨੀਆਂ ਵੀ ਚੀਜ਼ਾਂ ਸਾਊਂਡ ਦੇ ਰਿਲੇਟਿਡ ਮੈਂ ਤੁਹਾਨੂੰ ਸਾਰੀਆਂ ਦੱਸਤੀਆਂ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ, ਇਹਨੂੰ ਚੰਗੀ ਤਰ੍ਹਾਂ ਦੇਖ ਲਿਓ, ਸਮਝ ਲਿਓ। ਅਗਰ ਕੁਛ ਨਹੀਂ ਸਮਝ ਆਊਗਾ ਕਮੈਂਟ ਸੈਕਸ਼ਨ 'ਚ ਦੱਸ ਦਿਓ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਕਰੋ ਅਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਥੈਂਕ ਯੂ ਸੋ ਮਚ।